ਹੁਣ ਤੱਕ ਤੁਸੀਂ ਪੜ੍ਹਿਆ ਕਿ ਜਦੋਂ ਮੈਂ ਆਪਣੇ ਪਿਤਾ ਦੇ ਕਮਰੇ 'ਚ ਗਈ ਤਾਂ ਉਹ ਪਏ ਹੋਏ ਸਨ। ਮੈਨੂੰ ਦੇਖ ਕੇ ਉੱਠ ਕੇ ਬੈਠ ਗਏ ਤਾਂ ਮੈਂ ਸਵਾਲ ਕੀਤਾ ਕਿ ਪਿਤਾ ਜੀ, ਮੈਨੂੰ ਕੁਝ ਵੀ ਯਾਦ ਨਹੀਂ ਹੈ ਕਿ ਮੇਰਾ ਕੱਲ੍ਹ ਕੀ ਸੀ, ਮੈਂ ਕੌਣ ਹਾਂ। ਪਰ ਇੱਕ ਗੱਲ ਮੈਨੂੰ ਬਹੁਤ ਖਾ ਰਹੀ ਹੈ, ਉਹ ਇਹ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੁੱਸੇ ਕਿਉਂ ਹੋ। ਮੇਰੀ ਗੱਲ ਸੁਣ ਪਿਤਾ ਜੀ ਨੇ ਕਿਹਾ ਕਿ ਮੈਂ ਤੇ ਤੇਰੀ ਮਾਂ ਨੇ ਪਿਆਰ 'ਚ ਕਿਹੜੀ ਕਮੀ ਰੱਖੀ ਸੀ ਜੋ ਤੂੰ ਸਾਨੂੰ ਸਾਰਿਆਂ ਨੂੰ ਇੰਨਾ ਵੱਡਾ ਧੋਖਾ ਦਿੱਤਾ। ਇਹ ਸੁਣਦੇ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸ਼ਾਇਦ ਮੈਂ ਕੁਝ ਬਹੁਤ ਗਲਤ ਕੀਤਾ ਜਿਸ ਕਰਕੇ ਮੇਰੇ ਪਿਤਾ ਜੀ ਮੇਰੇ ਤੋਂ ਨਾਰਾਜ਼ ਰਹਿੰਦੇ ਸਨ। ਉਹ ਰੋਣ ਲੱਗੇ ਤੇ ਉਹਨਾਂ ਦੀ ਹਾਲਤ ਤੇ ਮੈਂ ਤੜਫ ਗਈ। ਮੈਂ ਉਹਨਾਂ ਨੂੰ ਚੁੱਪ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹਨਾਂ ਕਿਹਾ ਕਿ ਮੈਂ ਇਸ ਕਮਰੇ 'ਚੋਂ ਚਲੀ ਜਾਵਾਂ। ਮੈਂ ਦਿਲ ਤੇ ਪੱਥਰ ਰੱਖ ਕੇ ਉੱਥੋਂ ਆ ਗਈ। ਮੈਂ ਬਹੁਤ ਸ਼ਰਮਿੰਦਾ ਹੋਈ ਸੀ ਕਿ ਮੇਰੇ ਪਿਤਾ ਜੀ ਨੂੰ ਮੇਰੇ ਕਰਕੇ ਇੰਨੀ ਤਕਲੀਫ ਕਿਉਂ ਹੋਈ। ਮੈਂ ਚਾਹੁੰਦੀ ਸੀ ਕਿ ਹੁਣ ਜਲਦ ਤੋਂ ਜਲਦ ਮੇਰੀ ਯਾਦਦਾਸ਼ਤ ਵਾਪਸ ਆ ਜਾਵੇ ਅਤੇ ਮੈਨੂੰ ਪਤਾ ਲੱਗ ਜਾਵੇ ਕਿ ਮੈਂ ਆਖਰ ਅਜਿਹਾ ਕੀ ਕੀਤਾ ਹੈ। ਅਤੇ ਫਿਰ ਇੱਕ ਦਿਨ ਉਹ ਹੋਇਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਕਮਰੇ ਸੁੱਤੀ ਹੋਈ ਸੀ ਤੇ ਮੇਰੀ ਮਾਂ ਕੋਲ ਦੂਜੇ ਕਮਰੇ 'ਚ ਉਹਨਾਂ ਦੀ ਬਚਪਨ ਦੀ ਸਹੇਲੀ ਆਈ ਹੋਈ ਸੀ। ਉਹ ਦੋਵੇਂ ਬਹੁਤ ਸਾਲਾਂ ਬਾਅਦ ਮਿਲ ਰਹੇ ਸਨ। ਮੇਰੀ ਮਾਂ ਨੇ ਪਹਿਲਾਂ ਹੀ ਮੈਨੂੰ ਦੱਸਿਆ ਸੀ ਉਹਨਾਂ ਦੀ ਸਹੇਲੀ ਆਉਣ ਵਾਲੀ ਹੈ। ਮੈਂ ਫਰੈਸ਼ ਹੋ ਕੇ ਉਹਨਾਂ ਦੇ ਕਮਰੇ ਵੱਲ ਗਈ ਤਾਂ ਮੇਰੀ ਮਾਂ ਸਹੇਲੀ ਨੂੰ ਆਪਣੇ ਬੀਤੇ ਕੱਲ੍ਹ ਦੀਆਂ ਗੱਲਾਂ ਸੁਣਾ ਰਹੀ ਸੀ। ਮੈਨੂੰ ਵੀ ਥੋੜ੍ਹਾ ਸ਼ੱਕ ਹੋਇਆ ਤਾਂ ਮੈਂ ਦਰਵਾਜ਼ੇ 'ਚ ਖੜੀ ਹੋ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗੀ। ਮੈਨੂੰ ਪਤਾ ਸੀ ਕਿ ਇਹ ਗਲਤ ਹੈ ਪਰ ਮੈਂ ਆਪਣੇ ਸ਼ੱਕ ਦੇ ਹੱਥੋਂ ਮਜਬੂਰ ਸੀ। ਮੇਰੀ ਮਾਂ ਦੀ ਆਵਾਜ਼ ਬਹੁਤ ਘੱਟ ਸੀ, ਡੁੱਬੀ ਹੋਈ ਜੀ। ਮੈਂ ਹੈਰਾਨ ਤੇ ਪਰੇਸ਼ਾਨ ਰਹਿ ਗਈ। ਬਹੁਤ ਹੀ ਖੁਸ਼ ਨਜ਼ਰ ਆਉਣ ਵਾਲੀ ਮੇਰੀ ਮਾਂ ਇਸ ਤਰ੍ਹਾਂ ਪਰੇਸ਼ਾਨ ਕਿਉਂ ਹੈ। ਮੇਰੀ ਮਾਂ ਆਪਣੀ ਸਹੇਲੀ ਨੂੰ ਦੱਸ ਰਹੀ ਸੀ ਕਿ ਵਿਆਹ ਵਾਲੇ ਦਿਨ ਉਹ ਬਹੁਤ ਖੁਸ਼ ਸੀ। ਉਹ ਆਪਣੇ ਮਨਪਸੰਦ ਆਦਮੀ ਨਾਲ ਵਿਆਹ ਕਰਵਾ ਰਹੀ ਸੀ। ਮੈਂ ਜਦੋਂ ਇਸ ਘਰ 'ਚ ਆਈ ਤਾਂ ਮੇਰੀਆਂ ਸਾਰੀਆਂ ਖੁਸ਼ੀਆਂ ਮਿੱਟੀ 'ਚ ਮਿਲ ਗਈਆਂ ਕਿਉਂਕਿ ਮੇਰੀ ਸੱਸ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਉਹਨਾਂ ਦਾ ਬੇਟਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਆਪਣੀ ਪਹਿਲੀ ਪਤਨੀ ਨੂੰ ਅਜੇ ਵੀ ਪਿਆਰ ਕਰਦਾ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਭਗਵਾਨ ਨੂੰ ਪਿਆਰੀ ਹੋ ਗਈ ਸੀ ਤੇ ਮੈਨੂੰ ਇਸ ਘਰ 'ਚ ਉਸ ਦੀ ਬੇਟੀ ਦੀ ਦੇਖਭਾਲ ਲਈ ਲਿਆਂਦਾ ਗਿਆ ਹੈ। ਮੇਰੇ ਸਿਰ ਤੇ ਆਸਮਾਨ ਟੁੱਟ ਗਿਆ ਕਿਉਂਕਿ ਇਹ ਸੱਚਾਈ ਇੰਨੀ ਖੌਫਨਾਕ ਸੀ ਕਿ ਮੈਂ ਉਸ ਨੂੰ ਇੰਨੀ ਜਲਦੀ ਕਬੂਲ ਨਹੀਂ ਕਰ ਪਾ ਰਹੀ ਸੀ। ਮੈਂ ਗੁੱਸਾ ਦਿਖਾਉਣਾ ਚਾਹਿਆ ਤਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਜੇਕਰ ਮੈਨੂੰ ਇਸ ਘਰ 'ਚ ਰਹਿਣਾ ਹੈ ਤਾਂ ਚੁੱਪਚਾਪ ਮੇਰੀ ਬੇਟੀ ਦੀ ਦੇਖਭਾਲ ਕਰ, ਨਹੀਂ ਤਾਂ ਮੈਂ ਘਰੋਂ ਜਾ ਸਕਦੀ ਹਾਂ ਤੇ ਮੈਨੂੰ ਤਲਾਕ ਦੇਣ ਲਈ ਵੀ ਰਾਜ਼ੀ ਹੈ। ਮੇਰਾ ਦਿਲ ਕੀਤਾ ਕਿ ਮੈਂ ਉਸ ਲੜਕੀ ਦੀ ਸੰਗੀ ਨੱਪ ਦੇਵਾਂ। ਅੱਜ ਜੇਕਰ ਇਹ ਨਾ ਹੁੰਦੀ ਤਾਂ ਮੈਂ ਖੁਸ਼ੀ-ਖੁਸ਼ੀ ਆਪਣੇ ਪਤੀ ਨਾਲ ਰਹਿ ਰਹੀ ਹੁੰਦੀ, ਪਰ ਮੈਂ ਮਜਬੂਰ ਹੋ ਗਈ ਸੀ ਤੇ ਮੈਂ ਇਸ ਲੜਕੀ ਦੀ ਦੇਖਭਾਲ ਸ਼ੁਰੂ ਕਰ ਦਿੱਤੀ। ਮੈਂ ਦਿਲ 'ਚ ਗੰਢ ਬੰਨ੍ਹ ਲਈ ਸੀ ਕਿ ਮੈਂ ਇਸ ਗੱਲ ਦਾ ਬਦਲਾ ਆਪਣੇ ਪਤੀ ਤੋਂ ਜ਼ਰੂਰ ਲਵਾਂਗੀ। ਜਿਸ ਤਰ੍ਹਾਂ ਇਸ ਨੇ ਮੈਨੂੰ ਤੜਫਾਇਆ ਹੈ ਮੈਂ ਇਸ ਦੀ ਬੇਟੀ ਨੂੰ ਵੀ ਤੜਫਾਵਾਂਗੀ। ਉਹ ਜਦੋਂ ਛੋਟੀ ਜਿਹੀ ਸੀ ਤਾਂ ਉਸ ਨੇ ਗੱਲਾਂ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਇਸ ਤਰ੍ਹਾਂ ਦੀ ਬਿਮਾਰੀ ਲੱਗ ਗਈ ਹੈ ਕਿ ਉਸ ਦਾ ਕਦੇ ਵਿਆਹ ਨਹੀਂ ਹੋ ਸਕਦਾ। ਇਹ ਗੱਲ ਮੈਂ ਉਸ ਦੇ ਛੋਟੇ ਜਿਹੇ ਦਿਮਾਗ 'ਚ ਪਾ ਦਿੱਤੀ। ਮੈਂ ਉਸ ਨੂੰ ਕਿਹਾ ਕਿ ਇਹ ਬਿਮਾਰੀ ਤੈਨੂੰ ਜਨਮ ਤੋਂ ਹੀ ਹੈ, ਜਦੋਂ ਕਿ ਉਹ ਮੇਰੇ ਤੋਂ ਜਦੋਂ ਵੀ ਪੁੱਛਦੀ ਕਿ ਕਿਹੜੀ ਬਿਮਾਰੀ ਹੈ ਤਾਂ ਮੈਂ ਉਸ ਨੂੰ ਕਹਿੰਦੀ ਕਿ ਇਹ ਅੰਦਰੂਨੀ ਬਿਮਾਰੀ ਹੈ ਜਿਸ ਬਾਰੇ ਤੈਨੂੰ ਨਹੀਂ ਪਤਾ, ਪਰ ਵਿਆਹ ਤੋਂ ਬਾਅਦ ਤੇਰੇ ਪਤੀ ਨੂੰ ਪਤਾ ਲੱਗ ਗਿਆ ਤਾਂ ਉਹ ਤੈਨੂੰ ਤਲਾਕ ਦੇ ਦੇਵੇਗਾ ਤੇ ਤੇਰੀ ਸੱਸ ਤੈਨੂੰ ਜ਼ਲੀਲ ਕਰੇਗੀ। ਜਿਵੇਂ ਹੀ ਮੇਰੀ ਬੇਟੀ 16 ਸਾਲ ਦੀ ਹੋਈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਤੁਹਾਡੀ ਬੇਟੀ ਆਖ ਰਹੀ ਹੈ ਕਿ ਜਿਸ ਨੂੰ ਉਹ ਪਸੰਦ ਕਰਦੀ ਹੈ ਉਸ ਨਾਲ ਉਸ ਦਾ ਵਿਆਹ ਕਰਵਾ ਦਿਓ, ਨਹੀਂ ਤਾਂ ਉਹ ਭੱਜ ਜਾਵੇਗੀ। ਇਹ ਸੁਣ ਕੇ ਮੇਰਾ ਪਤੀ ਬਹੁਤ ਗੁੱਸੇ 'ਚ ਆ ਗਿਆ ਤੇ ਉਸਨੇ ਉਸ ਆਦਮੀ ਨਾਲ ਉਸ ਦਾ ਵਿਆਹ ਕਰ ਦਿੱਤਾ ਜਿਸ ਨੂੰ ਮੈਂ ਉਸ ਲਈ ਪਸੰਦ ਕੀਤਾ ਸੀ। ਵਿਆਹ ਤੋਂ ਬਾਅਦ ਵੀ ਮੈਂ ਉਸ ਨੂੰ ਰੋਜ਼ ਫੋਨ ਕਰਕੇ ਕਹਿੰਦੀ ਕਿ ਤੂੰ ਆਪਣੇ ਪਤੀ ਨੂੰ ਰਾਤ ਨੂੰ ਮੇਰੇ ਵੱਲੋਂ ਦਿੱਤੀ ਪੂੜੀ ਦੁੱਧ 'ਚ ਪਾ ਕੇ ਖਵਾਉਣੀ ਹੈ, ਨਹੀਂ ਤਾਂ ਉਸ ਨੂੰ ਤੇਰੀ ਬਿਮਾਰੀ ਬਾਰੇ ਪਤਾ ਲੱਗ ਜਾਵੇਗਾ। ਲੜਕੀ ਮੇਰੀਆਂ ਗੱਲਾਂ ਮੰਨਦੀ ਗਈ। ਮੈਂ ਚਾਹੁੰਦੀ ਸੀ ਕਿ ਉਹ ਆਪਣੇ ਪਤੀ ਨੂੰ ਆਪਣੇ ਹੱਥੀਂ ਹੀ ਪਾਗਲ ਕਰ ਦੇਵੇ ਤੇ ਫਿਰ ਆਪਣੇ ਪਤੀ ਤੋਂ ਤਲਾਕ ਲੈ ਕੇ ਜਦੋਂ ਉਹ ਦੁਬਾਰਾ ਇਸ ਘਰ 'ਚ ਆਵੇ
ਤਾਂ ਮੈਂ ਇਸ 'ਤੇ ਬਦਚਲਨ ਦਾ ਦੋਸ਼ ਲਾ ਕੇ ਉਸ ਦੇ ਖਾਨਦਾਨ ਨੂੰ ਇਸੇ ਤਰ੍ਹਾਂ ਤੜਫਾਵਾਂ ਜਿਵੇਂ ਇਸ ਦੇ ਪਿਓ ਨੇ ਮੈਨੂੰ ਧਮਕੀ ਦੇ ਕੇ ਤੜਫਾਇਆ ਸੀ। ਪਰ ਮੇਰਾ ਸਾਰਾ ਪਲਾਨ ਚੌਪਟ ਹੋ ਗਿਆ ਤੇ ਖਰਾਬ ਹੋ ਗਿਆ ਜਦੋਂ ਇਸ ਦੇ ਪਤੀ ਨੇ ਮੇਰੀ ਅਸਲੀਅਤ ਦਾ ਪਤਾ ਲੱਗ ਗਿਆ। ਉਸ ਦਾ ਪਤੀ ਇੱਕ ਦਿਨ ਦਫ਼ਤਰ ਤੋਂ ਸਾਡੇ ਘਰ ਆਇਆ ਸ਼ਾਮ ਦੇ ਸਮੇਂ ਆਪਣੇ ਸਹੁਰੇ ਤੇ ਮੈਨੂੰ ਮਿਲਣ ਲਈ। ਮੈਂ ਫ਼ੋਨ ਤੇ ਗੱਲ ਕਰ ਰਹੀ ਸੀ ਕਿ ਤੂੰ ਦਵਾਈ ਪਿਆਉਣੀ ਹੈ ਤੇ ਇਹ ਜ਼ਰੂਰੀ ਹੈ। ਜਦੋਂ ਮੈਂ ਇਹ ਗੱਲ ਬੇਟੀ ਨਾਲ ਕਰ ਰਹੀ ਸੀ ਤਾਂ ਉਸਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਤੇ ਮੈਨੂੰ ਇਹ ਵੀ ਕਿਹਾ ਕਿ ਮੈਂ ਉਸ ਦੀ ਮਾਸੂਮ ਪਤਨੀ ਤੋਂ ਦੂਰ ਰਹਾਂ, ਨਹੀਂ ਤਾਂ ਉਹ ਮੇਰਾ ਬਹੁਤ ਬੁਰਾ ਹਾਲ ਕਰੇਗਾ। ਤੇ ਉਸ ਤੋਂ ਬਾਅਦ ਉਸਨੇ ਉਹ ਦਵਾਈ ਖਾਧੀ ਤਾਂ ਸਹੀ, ਪਰ ਵਾਸ਼ਰੂਮ 'ਚ ਜਾ ਕੇ ਉਲਟੀ ਕਰ ਦਿੱਤੀ ਤੇ ਦਿਲ 'ਚ ਤੈਅ ਕੀਤਾ ਕਿ ਉਹ ਆਪਣੀ ਪਤਨੀ ਨੂੰ ਠੀਕ ਕਰਕੇ ਹੀ ਰਹੇਗਾ। ਤੇ ਫਿਰ ਉਸ ਨੂੰ ਜਦੋਂ ਇਹ ਪਤਾ ਲੱਗਿਆ ਕਿ ਮੇਰੀ ਪਤਨੀ ਨੂੰ ਇਸ ਤਰ੍ਹਾਂ ਗਲਤ ਦਵਾਈਆਂ ਖਵਾਈਆਂ ਗਈਆਂ ਹਨ ਜਿਸ ਨਾਲ ਉਹ ਜਲਦ ਹੀ ਮਾਨਸਿਕ ਤੌਰ 'ਤੇ ਬਿਮਾਰ ਹੋਣ ਵਾਲੀ ਹੈ, ਤਾਂ ਉਸਨੇ ਡਾਕਟਰ ਨਾਲ ਗੱਲ ਕੀਤੀ। ਤਾਂ ਡਾਕਟਰ ਨੇ ਉਸ ਨੂੰ ਕਿਹਾ ਕਿ ਜੇਕਰ ਇਹ ਆਪਣੀ ਯਾਦਦਾਸ਼ਤ ਗਵਾ ਦੇਵੇ ਤੇ ਤੁਸੀਂ ਲੋਕ ਉਸ ਦੇ ਦਿਮਾਗ ਨੂੰ ਕੁਝ ਇਸ ਤਰ੍ਹਾਂ ਝਟਕਾ ਦਿਓ ਕਿ ਇਹ ਸਭ ਭੁੱਲ ਜਾਵੇ, ਤਾਂ ਅਸੀਂ ਉਸ ਦੇ ਦਿਮਾਗ 'ਚੋਂ ਇਹ ਸਾਰੀਆਂ ਗੱਲਾਂ ਕੱਢ ਸਕਦੇ ਹਾਂ। ਤੇ ਉਸ ਦੇ ਪਤੀ ਨੇ ਅਜਿਹਾ ਹੀ ਕੀਤਾ। ਆਪਣੀ ਗੱਡੀ ਨਾਲ ਉਸ ਦਾ ਐਕਸੀਡੈਂਟ ਕਰਵਾਇਆ ਤੇ ਅਜਨਬੀ ਬਣ ਆਪਣੀ ਮਾਂ ਨਾਲ ਮਿਲ ਕੇ ਉਸ ਦੀ ਸੇਵਾ ਕੀਤੀ ਅਤੇ ਉਸ ਦਾ ਖਿਆਲ ਵੀ ਰੱਖਿਆ। ਤੇ ਹੁਣ ਉਸ ਨੂੰ ਮੇਰੇ ਕੋਲ ਛੱਡ ਗਿਆ ਹੈ ਤੇ ਮੈਨੂੰ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਮੈਂ ਉਸ ਦਾ ਖਿਆਲ ਨਾ ਰੱਖਿਆ ਤਾਂ ਉਹ ਮੇਰੀਆਂ ਕਰਤੂਤਾਂ ਪੁਲਿਸ ਨੂੰ ਦੱਸ ਦੇਵੇਗਾ। ਆਪਣੀ ਪਤਨੀ ਨੂੰ ਇੱਥੇ ਛੱਡਣ ਦਾ ਮਕਸਦ ਹੈ ਉਸ ਦੇ ਪਿਤਾ ਦੀ ਗਲਤ ਫੈਮਿਲੀ ਆਪਣੀ ਬੇਟੀ ਦੇ ਖਿਲਾਫ ਖਤਮ ਹੋ ਜਾਵੇ। ਉਹ ਆਪਣੀ ਸਹੇਲੀ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸ ਰਹੀ ਸੀ, ਪਰ ਆਪਣੀ ਮਾਂ ਦੀਆਂ ਇੰਨੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਸੇ ਸਮੇਂ ਮੈਨੂੰ ਸਭ ਕੁਝ ਯਾਦ ਆਉਣ ਲੱਗਿਆ। ਮੇਰੀ ਮਾਂ ਮੇਰੇ ਨਾਲ ਕਿਸ ਤਰ੍ਹਾਂ ਪਿਆਰ ਨਾਲ ਪੇਸ਼ ਆਉਂਦੀ ਸੀ, ਪਰ ਇਸ ਦੇ ਨਾਲ ਉਹ ਮੈਨੂੰ ਕਿੰਨਾ ਟਾਰਚਰ ਕਰਦੀ ਸੀ ਕਿ ਮੈਨੂੰ ਅੰਦਰੂਨੀ ਕਿੰਨੀਆਂ ਬਿਮਾਰੀਆਂ ਪੈਦਾ ਹੋ ਗਈਆਂ ਸਨ। ਇਹ ਸਹੀ ਨਹੀਂ ਸੀ, ਪਰ ਮੇਰੀ ਮਾਂ ਨੇ ਮੇਰੇ ਨਾਲ ਬਹੁਤ ਬੁਰਾ ਕੀਤਾ। ਇਹ ਸਾਰੀਆਂ ਗੱਲਾਂ ਸੋਚਦੇ ਹੋਏ ਮੈਂ ਬੇਹੋਸ਼ ਹੋ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਆਪਣੇ ਕਮਰੇ 'ਚ ਸੀ। ਮੇਰਾ ਪਤੀ ਤੇ ਮੇਰੀ ਸੱਸ ਮੇਰੇ ਕੋਲ ਬੈਠੇ ਹੋਏ ਸਨ। ਮੇਰੇ ਪਿਤਾ ਜੀ ਵੀ ਉੱਥੇ ਹੀ ਸਨ। ਉਹਨਾਂ ਨੂੰ ਦੇਖ ਕੇ ਮੈਂ ਉੱਚੀ ਰੋਣ ਲੱਗੀ। ਉਹਨਾਂ ਸਾਰਿਆਂ ਨੇ ਮੈਨੂੰ ਦਿਲਾਸਾ ਦਿੱਤਾ ਤੇ ਕਿਹਾ ਕਿ ਜੋ ਹੋਣਾ ਸੀ ਉਹ ਹੋ ਗਿਆ। ਹੁਣ ਮੈਂ ਆਪਣੇ ਪਤੀ ਨਾਲ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰਾਂ। ਉਸ ਸਮੇਂ ਹੀ ਉੱਥੇ ਮੇਰੀ ਮਾਂ ਆਈ ਤੇ ਉਹਨਾਂ ਨੇ ਮੇਰੇ ਤੋਂ ਮਾफ़ੀ ਮੰਗੀ ਤੇ ਕਿਹਾ ਕਿ ਮੈਂ ਉਸ ਨੂੰ ਮਾफ़ ਕਰ ਦੇਵਾਂ। ਉਹਨਾਂ ਇਹ ਵੀ ਕਿਹਾ ਕਿ ਮੈਂ ਕਿਸੇ ਦੀ ਬੇਟੀ ਦਾ ਬੁਰਾ ਕੀਤਾ, ਇਸ ਲਈ ਮੈਂ ਕਦੇ ਮਾਂ ਨਹੀਂ ਬਣ ਸਕਦੀ। ਮੇਰੇ ਅੱਜ ਤੱਕ ਕੋਈ ਔਲਾਦ ਵੀ ਨਹੀਂ ਹੋਈ। ਮੈਂ ਆਪਣੇ ਪਤੀ ਤੇ ਤੇਰੇ ਨਾਲ ਚੰਗਾ ਵਿਵਹਾਰ ਕਰਦੀ ਤਾਂ ਸ਼ਾਇਦ ਮੇਰੇ ਵੀ ਕੁੱਖ ਹਰੀ ਹੋ ਜਾਂਦੀ। ਉਹਨਾਂ ਦੀ ਇਹ ਗੱਲ ਸੁਣ ਕੇ ਮੈਂ ਦਿਲੋਂ ਉਹਨਾਂ ਨੂੰ ਮਾफ़ ਕਰ ਦਿੱਤਾ। ਮੈਂ ਅੱਜ ਖੁਸ਼ ਹਾਂ ਤੇ ਆਰਾਮ ਨਾਲ ਆਪਣੀ ਜ਼ਿੰਦਗੀ ਆਪਣੇ ਪਤੀ ਤੇ ਸੱਸ ਨਾਲ ਬਿਤਾ ਰਹੀ ਹਾਂ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਸਾਡੇ ਚੈਨਲ ਤੇ ਅਗਰ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਧੰਨਵਾਦ।